ਤਾਂ ਜੇ ਮੈਂ ਗੁਰਦੁਆਰੇ ਜਾ ਸਕਦੀ ਆ ਤਾਂ ਮੈਂ ਸਹੀ ਆ, ਜੇ ਮੈਂ ਉੱਥੇ ਪੀਰਾਂ ਦੀ ਜਗ੍ਹਾ ਤੇ ਜਾ ਸਕਦੀ ਆ ਤਾਂ ਮੈਂ ਸਹੀ ਆ, ਤਾਂ ਜੇ ਮੈਂ ਚਰਚ ਚਲ ਗਈ ਮੈਂ ਮਾੜੀ ਕਿੱਦਾਂ ਹੋ ਗਈ? ਜੇ ਅਸੀਂ ਜਾ ਕੇ ਉਹ ਧਰਮ ਕਹਿੰਦੇ ਆ ਵੀ ਬਦਲ ਲਿਆ, ਫੇਰ ਤਾਂ ਭਈ ਦਰਬਾਰ ਸਾਹਿਬ ਵੀ ਬਹੁਤ ਜਾਂਦੇ ਆ, ਫਿਰ ਉਹਨਾਂ ਦੇ ਧਰਮ ਨਹੀਂ ਬਦਲਦੇ। ਕੱਲ ਦਾ ਉੱਠਿਆ ਬੰਦਾ ਦੁਬਈ ਤੋਂ ਆ ਕੇ ਇਹ ਗੱਲ ਕਹਿੰਦਾ ਕਿ ਤੁਸੀਂ ਆਪਣੇ ਘਰਾਂ ਦੇ ਬਾਹਰ ਇਹ ਪੋਸਟਰ ਲਾ ਦਿਓ ਵੀ ਜੇ ਕੋਈ ਮਸੀਹ ਆ ਗਿਆ ਉਹਦੇ ਡੰਡੇ ਮਾਰੋ, ਉਹਦੇ ਤਲਵਾਰਾਂ ਮਾਰੋ, ਉਹਨੂੰ ਕੁੱਟ ਕੇ ਨਿਠਾ ਦਿਓ। ਤਾਂ ਭਾਈ ਸਾਹਿਬ ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ ਚਾਹੁੰਦੀ ਆ ਕਿ ਵੀਰ ਜੀ ਤੁਸੀਂ ਵੀ ਸਰਸੰਗ ਕਰਦੇ ਆ। ਜੇ ਕੋਈ ਆਗੂ ਅੱਗੇ ਹੋ ਕੇ ਬਣਿਆ ਆ, ਜੇ ਕਿਸੇ ਨੂੰ ਅੱਗੇ ਲਾਇਆ ਆ ਤੇ ਉਹਨੂੰ ਪਹਿਲਾਂ ਸਿੱਖਿਆ ਦਿਓ। ਸਾਡੀ ਸਿੱਖਿਆ ਡੰਡੇ ਤਲਵਾਰਾਂ ਚੱਕਣੀ ਨਹੀਂ ਆ। ਤੁਸੀਂ ਆਪਣੇ ਧਰਮ ਬਾਰੇ ਤੇ ਕਿਸੇ ਨੂੰ ਕੁਝ ਦੱਸ ਹੀ ਨਹੀਂ ਰਹੇ ਕਿ ਤੁਹਾਡੇ ਗੁਰੂ ਸਾਹਿਬਾਂ ਨੇ ਕੀ ਕੀਤਾ, ਤੁਹਾਡੇ ਗੁਰੂ ਨੇ ਕੀ ਕੁਰਬਾਨੀ ਦਿੱਤੀ। ਤੁਸੀਂ ਸਿਰਫ ਯੀਸ਼ੂ ਬਾਰੇ ਹੀ ਬੋਲ ਰਹੇ ਹੋ, ਯੀਸ਼ੂ ਏਦਾਂ, ਯੀਸ਼ੂ ਏਦਾਂ, ਯੀਸ਼ੂ ਦੇ ਚੇਲੇ ਏਦਾਂ। ਮੈਨੂੰ ਹਾਸਾ ਆਉਂਦਾ। ਮੈਂ ਇਹਨਾਂ ਨੂੰ ਕਹਿੰਦੀ ਕਿ ਭਰਾ ਤੁਸੀਂ ਅਗਰ ਯੀਸ਼ੂ ਕਰਨੀ ਤਾਂ ਸਾਡੇ ਕੋਲ ਆ ਜਾਓ। ਤਾਂ ਜਲੰਧਰ ਵਿਖੇ ਧਰਨਾ ਚੱਲ ਰਿਹਾ ਮਸੀਹ ਭਾਈਚਾਰੇ ਵੱਲੋਂ, ਉੱਥੇ ਭੈਣਾਂ ਵੀ ਪਹੁੰਚੀਆਂ ਮਸੀਹ ਭਾਈਚਾਰੇ ਨਾਲ ਸੰਬੰਧ, ਉਹਨਾਂ ਨਾਲ ਗੱਲਬਾਤ ਕਰਦੇ ਆਂ। ਕਿਵੇਂ ਦੇਖਦੇ ਹੋ ਜੀ, ਇੱਕ ਬਿਆਨ ਆਉਂਦਾ ਹੈ ਪਹਿਲਾਂ ਪਾਸਟਰਾਂ ਨੂੰ ਲੈ ਕੇ, ਫਿਰ ਇੱਕ ਲੜਾਈ ਹੁੰਦੀ ਹੈ ਜਿਸ ਵਿੱਚ ਸੰਗਤ ਜਿਹੜੀ ਤੁਹਾਡੇ ਪ੍ਰਚਾਰ ਹੋ ਰਿਹਾ ਉੱਥੇ ਆ ਕੇ ਲੜਾਈ ਹੋ ਜਾਂਦੀ ਹੈ। ਅੱਜ ਬਿਆਨ ਜਿਹੜਾ ਹੁਣ ਬੀਤੇ ਦਿਨੀ ਬਿਆਨ ਆਇਆ, ਉਹ ਆਇਆ ਕਿ ਜਿਹੜਾ ਪ੍ਰਭੂ ਆਪਦੇ ਆਪ ਨੂੰ, ਯਿਸੂ ਮਸੀਹ ਆਪਦੇ ਆਪ ਨੂੰ ਨਹੀਂ ਬਚਾ ਸਕਿਆ, ਔਰ ਕਿਸੇ ਦੀ ਕੀ ਸੁਰੱਖਿਆ ਕਰੇ। ਦੇਖੋ ਜੀ, ਪਹਿਲਾਂ ਤਾਂ ਸਭ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਜਿਨ੍ਹਾਂ ਨੇ ਵੀ ਇਹ ਸਵਾਲ ਕੀਤਾ ਉਹਨਾਂ ਨੂੰ ਵੀ ਮੇਰੇ ਵੱਲੋਂ ਜੈ ਮਸੀਹ ਦੀ। ਉਹ ਸਾਡੇ ਭਰਾ ਆ। ਸਾਨੂੰ ਦੇਖੋ ਇਹ ਹੁੰਦੀ ਹੈ ਸਿੱਖਿਆ, ਇਹ ਹੁੰਦੀ ਹੈ ਸਿੱਖਿਆ, ਗੁਰੂ ਦੀ ਸਿੱਖਿਆ। ਸਾਡੀ ਸਿੱਖਿਆ ਡੰਡੇ ਤਲਵਾਰਾਂ ਚੱਕਣੀ ਨਹੀਂ ਆ। ਆਪਾਂ ਕਿਸੇ ਨੂੰ ਨਹੀਂ ਕਹਿੰਦੇ, ਉਹ ਵੀ ਚੰਗੇ ਆ, ਪਰਮੇਸ਼ਰ ਉਹਨਾਂ ਨੂੰ ਵੀ ਬਰਕਤ ਦੇਵੇ, ਬੁੱਧ ਦੇਵੇ, ਇਨਸਾਨੀਅਤ ਦੇਵੇ। ਕਿਉਂਕਿ ਦੇਖੋ ਧਰਮ ਕੋਈ ਨਹੀਂ ਵੱਡਾ, ਕੋਈ ਧਰਮ ਨਹੀਂ ਆ, ਧਰਮ ਇੱਕ ਹੀ ਆ, ਇਨਸਾਨੀਅਤ ਦਾ। ਦੇਖੋ ਭਰਾ, ਜੇ ਤੁਸੀਂ ਖੜੇ ਆ ਤੇ ਵਾਕਈ ਤੁਸੀਂ ਮੇਰੇ ਭਰਾਵਾਂ ਵਰਗੇ ਆ। ਮੈਂ ਜੇ ਇੱਥੇ ਖੜੀ ਆ ਮੈਂ ਵੀ ਤੁਹਾਡੀ ਭੈਣਾਂ ਵਰਗੀ ਆ। ਤਾਂ ਜੇ ਆਪਾਂ ਇੱਕ ਦੂਜੇ ਦੇ ਦੁੱਖ ਦਰਦ ਵਿੱਚ ਸਾਂਝੇ ਹੋਈਏ ਤੇ ਆਪਾਂ ਨੂੰ ਉਹ ਜ਼ਰੂਰੀ ਹੈ ਕਿ ਆਪਾਂ ਧਰਮਾਂ। ਪਹਿਲੀ ਗੱਲ ਮੈਨੂੰ ਇਹ ਦੱਸੋ, ਆਪਣੀ ਔਕਾਤ ਹੈ ਧਰਮਾਂ ਪਿੱਛੇ ਲੜਨ ਦੀ? ਨਹੀਂ, ਬਿਲਕੁਲ ਨਹੀਂ ਹੈ। ਕਿਉਂਕਿ ਜੇ ਅਸੀਂ ਧਰਮਾਂ ਦੇ ਉਹ ਕਰਨ ਲੱਗ ਗਏ ਅਸੀਂ ਤਾਂ ਰੱਬ ਹੋ ਗਏ, ਅਸੀਂ ਤਾਂ ਰੱਬ ਹੋ ਗਏ। ਦੇਖੋ ਪਾਸਟਰ ਨੂੰ, ਜਿਨ੍ਹਾਂ ਨੇ ਵੀ ਇਹ ਕਿਹਾ ਕਿ ਪਾਸਟਰਾਂ ਨੂੰ ਕੁੱਟੋ, ਤੁਸੀਂ ਮੰਨਦੇ ਆ ਵੀ ਉਹਨਾਂ 'ਚ ਇਨਸਾਨੀਅਤ ਆ? ਕੱਲ ਦਾ ਉੱਠਿਆ ਬੰਦਾ ਦੁਬਈ ਤੋਂ ਆ ਕੇ ਇਹ ਗੱਲ ਕਹਿੰਦਾ ਕਿ ਤੁਸੀਂ ਆਪਣੇ ਘਰਾਂ ਦੇ ਬਾਹਰ ਇਹ ਪੋਸਟਰ ਲਾ ਦਿਓ ਵੀ ਜੇ ਕੋਈ ਮਸੀਹ ਆ ਗਿਆ ਉਹਦੇ ਡੰਡੇ ਮਾਰੋ, ਉਹਦੇ ਤਲਵਾਰਾਂ ਮਾਰੋ, ਉਹਨੂੰ ਕੁੱਟ ਕੇ ਨਿਠਾ ਦਿਓ। ਤਾਂ ਭਾਈ ਸਾਹਿਬ ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ ਚਾਹੁੰਦੀ ਆ ਕਿ ਵੀਰ ਜੀ ਤੁਸੀਂ ਵੀ ਸਰਸੰਗ ਕਰਦੇ ਆ। ਫਿਰ ਜੇ ਸਾਡੇ ਕੰਨਾਂ 'ਚ ਪੈ ਗਈ ਅਸੀਂ ਵੀ ਇਹ ਗੱਲ ਕਵਾਂਗੇ ਤਾਂ ਚੰਗੇ ਨਹੀਂ ਲੱਗਦੇ। ਕਿਉਂਕਿ ਇਹ ਤਾਂ ਉਹ ਹੋ ਗਈ, ਇੱਕ ਬੱਚਾ ਨਹੀਂ ਲੜਦਾ ਕਿ ਮੈਨੂੰ ਆਹ ਹੀ ਚਾਹੀਦਾ, ਮੈਨੂੰ ਆਹੀ ਚਾਹੀਦਾ, ਦੂਜਾ ਵੀ ਕਹਿੰਦਾ ਮੈਨੂੰ ਆਹੀ ਚਾਹੀਦਾ। ਇਹ ਇਨਸਾਨੀਅਤ ਨਹੀਂ ਆ। ਸਾਨੂੰ ਇਹ ਸਿੱਖਿਆ ਨਹੀਂ ਦਿੱਤੀ ਜਾਂਦੀ। ਸਾਨੂੰ ਇਹ ਸਿੱਖਿਆ ਦਿੱਤੀ ਜਾਂਦੀ ਆ ਕਿ ਤੁਸੀਂ ਜੇ ਕੋਈ ਤੁਹਾਡਾ ਵਿਰੋਧ ਕਰਦਾ ਤੇ ਕੋਈ ਥੱਪੜ ਵੀ ਮਾਰਦਾ, ਤੁਸੀਂ ਹੱਥ ਜੋੜੋ, ਅੱਗੇ ਕਰ ਦਿਓ ਤੇ ਤੁਸੀਂ ਹੱਥ ਜੋੜੋ। ਕਿਉਂਕਿ ਇਹ ਪ੍ਰਭੂ ਯਿਸੂ ਮਸੀਹ ਨੇ ਬਾਈਬਲ 'ਚ ਲਿਖਿਆ। ਮੈਂ ਕਿਸੇ ਪਿੱਛੇ ਨਹੀਂ ਚੱਲਦੀ, ਕਿਸੇ ਪਿੱਛੇ ਨਹੀਂ ਚੱਲਦੀ, ਮੈਂ ਬਾਈਬਲ ਤੇ ਲਿਖੇ ਤੇ ਚੱਲਦੀ ਆ। ਇਸ ਕਰਕੇ ਉਹਨਾਂ ਨੂੰ ਕੋਈ ਨਹੀਂ ਹੈਗਾ ਕਿ ਪਾਸਟਰਾਂ ਨੂੰ ਕੋਈ ਕੁੱਟ ਦੇਵੇ ਜਾਂ ਮੈਂ ਪ੍ਰਚਾਰ ਕਰਦੀ ਆ, ਮੈਂ ਸੁਸਮਾਚਾਰ ਦਿੰਦੀ ਆ, ਮੈਂ ਜਾਣਦੀ ਆ। ਮੈਂ ਜੇ ਕਿਸੇ ਨੂੰ ਸੁਸਮਾਚਾਰ ਦਿੰਦੀ, ਮੈਂ ਕਹਿੰਦੀ ਮੈਂ ਚੰਗੀ ਹੋਈ। ਦੇਖੋ ਆ ਬਿਮਾਰੀ 'ਚ ਜੇ ਮੈਨੂੰ ਕਹਦਾ ਭੈਣ ਤੇਰੀ ਬਿਮਾਰੀ ਠੀਕ ਹੋ ਜਾਊਗੀ, ਜੇ ਬਿਮਾਰੀ ਠੀਕ ਹੋ ਜਾਊਗੀ ਮੇਰਾ ਕੀ ਫਾਇਦਾ? ਬੈਨੀਫਿਟ ਹੈ। ਹਾਂ, ਜੇ ਮੈਨੂੰ ਇਹਨੂੰ ਤਾਂ ਨਹੀਂ ਮੈਂ ਕਿਹਾ ਧਰਮ ਬਦਲ ਲਾ, ਸਾਨੂੰ ਤਾਂ ਨਹੀਂ ਕਿਸੇ ਨੇ ਕਿਹਾ ਧਰਮ। ਪਹਿਲੀ ਗੱਲ ਤੇ ਧਰਮ ਬਦਲ ਹੀ ਨਹੀਂ ਹੁੰਦਾ। ਜੇ ਅਸੀਂ ਜਾ ਕੇ ਉਹ ਧਰਮ ਕਹਿੰਦੇ ਆ ਵੀ ਬਦਲ ਲਿਆ, ਫੇਰ ਤਾਂ ਭਈ ਦਰਬਾਰ ਸਾਹਿਬ ਵੀ ਬਹੁਤ ਜਾਂਦੇ ਆ, ਫਿਰ ਉਹਨਾਂ ਦੇ ਧਰਮ ਨਹੀਂ ਬਦਲਦੇ। ਨਾਮਦਾਨ ਵੀ ਦਿੰਦੇ ਆ, ਫਿਰ ਧਰਮ ਨਹੀਂ ਬਦਲਦੇ। ਜਦ ਧਰਮ ਹੈ ਹੀ ਨਹੀਂ ਕੋਈ ਵੀ, ਇੱਕ ਹੀ ਧਰਮ ਇਨਸਾਨੀਅਤ ਦਾ ਆ। ਆਪਾਂ ਕਿਸੇ ਦਾ ਵਿਰੋਧ ਕਰੀ ਜਾਈਏ ਤੇ ਆਪਾਂ ਨੂੰ ਸ਼ੋਭਾ ਨਹੀਂ ਦਿੰਦਾ। ਜੇ ਕੋਈ ਆਗੂ ਅੱਗੇ ਹੋ ਕੇ ਬਣਿਆ ਆ, ਜੇ ਕਿਸੇ ਨੂੰ ਅੱਗੇ ਲਾਇਆ ਆ ਤੇ ਉਹਨੂੰ ਪਹਿਲਾਂ ਸਿੱਖਿਆ ਦਿਓ। ਇਸ ਗੱਲ ਦੀ ਪਹਿਲਾਂ ਬੋਲਣ ਦੀ ਤਹਿਮੀਜ਼ ਹੋਣੀ ਬਹੁਤ ਜ਼ਰੂਰੀ ਆ। ਜੇ ਅਸੀਂ ਕਿਸੇ ਨੂੰ ਭਾਈ ਕਵਾਂਗੇ ਤਾਂ ਹੀ ਸਾਨੂੰ ਕੋਈ ਭੈਣ ਕਹੂਗਾ। ਜੇ ਮੈਂ ਇੱਥੇ ਖੜੇ ਭਰਾ ਦਾ ਕਾਲਰ ਫੜ ਲਵਾਂ, ਇਹ ਮੇਰੇ ਵੀ ਅੱਗੋਂ ਥੱਪੜ ਮਾਰੂਗਾ, ਭੁੱਲ ਜੂਗਾ ਕਿ ਮੈਂ ਭੈਣ ਹਾਂ। ਇਸ ਕਰਕੇ ਮਾਹੌਲ ਨਾ ਖਰਾਬ ਕਰੋ। ਮੇਰਾ ਤਾਂ ਹੱਥ ਜੋੜ ਕੇ ਇੱਕ ਰਿਕਵੈਸਟ ਆ ਸਭ ਨੂੰ, ਵਿਰੋਧੀਆਂ ਨੂੰ। ਮੈਂ ਨਹੀਂ ਵਿਰੋਧੀ ਗਿਣਦੀ ਉਹਨਾਂ ਨੂੰ, ਉਹ ਸਾਡੇ ਭਾਈ ਆ, ਸਾਡੇ ਭੈਣ ਭਰਾ ਆ। ਸਿਰਫ ਭਟਕ ਗਏ ਆ, ਸਿਰਫ ਬੋਲਣ ਦੀ ਤਹਿਮੀਜ਼ ਉਹ ਦੇਖ ਕੇ ਕਹਿੰਦੇ ਆ ਕਿ ਅਸੀਂ ਗੁੱਸੇ 'ਚ ਬੋਲਾਂਗੇ ਤਾਂ ਇਦਾਂ ਹੋ ਜਾਊਗਾ। ਭਾਈ ਗੁੱਸੇ 'ਚ ਬੋਲਣ ਦੇ ਨਾਲ ਲੜਾਈਆਂ ਹੀ ਹੋਣੀਆਂ। ਲੜਾਈਆਂ ਅਸੀਂ ਨਹੀਂ ਚਾਹੁੰਦੇ ਲੜਾਈ ਹੋਵੇ।
ਅਸੀਂ ਚਾਹੁੰਦੇ ਸਭ ਆਪਣੇ ਘਰ ਦੇ ਵਿੱਚ ਰੋਟੀ ਪਾਣੀ ਖਾਣ, ਆਪਣੇ ਬੱਚਿਆਂ ਦੇ ਨਾਲ ਖੁਸ਼ ਰਹਿਣ। ਅਸੀਂ ਨਹੀਂ ਚਾਹੁੰਦੇ ਕੱਲ ਨੂੰ ਕਿਸੇ ਦੇ ਘਰ ਜਾਂ ਮੇਰਾ ਬੱਚਾ ਆ, ਮੇਰਾ ਬੇਟਾ ਆ, ਕੱਲ ਨੂੰ ਕੋਈ ਗੱਲ ਹੋ ਜੇ, ਲੜ ਪਵੇ, ਉਹਦੀ ਲਾਸ਼ ਘਰ ਆਵੇ ਤਾਂ ਕਿੰਨਾ ਦੁੱਖ ਹੁੰਦਾ ਆ। ਮੈਂ ਸਮਝ ਸਕਦੀ, ਮੇਰੇ ਘਰ ਦੇ ਵਿੱਚ 4-4 ਮੌਤਾਂ ਹੋਈਆਂ ਆ 2 ਮਹੀਨਿਆਂ 'ਚ। ਅੱਜ ਲੋਕੀ ਕਹਿੰਦੇ ਆ ਪੈਸੇ ਲੈ ਲੈ ਜੀ, ਧਰਮ ਬਦਲ ਲਿਆ। ਧਰਮ ਨਹੀਂ ਬਦਲ ਲਿਆ, ਧਰਮ ਨਹੀਂ ਬਦਲਿਆ, ਮੈਂ ਆਪਣਾ ਮਨ ਬਦਲਿਆ। ਮੈਂ ਆਪਣਾ ਮਨ ਬਦਲਿਆ ਤਾਂ ਜੇ ਮੈਂ ਗੁਰਦੁਆਰੇ ਜਾ ਸਕਦੀ ਆ ਤਾਂ ਮੈਂ ਸਹੀ ਆ। ਜੇ ਮੈਂ ਉੱਥੇ ਪੀਰਾਂ ਦੀ ਜਗ੍ਹਾ ਤੇ ਜਾ ਸਕਦੀ ਆ ਤਾਂ ਮੈਂ ਸਹੀ ਆ। ਤਾਂ ਜੇ ਮੈਂ ਚਰਚ ਚਲ ਗਈ ਮੈਂ ਮਾੜੀ ਕਿੱਦਾਂ ਹੋ ਗਈ? ਜੇ ਮੈਂ ਚਰਚ ਚਲ ਗਈ, ਆਜ਼ਾਦੀ ਆ, ਆਜ਼ਾਦ ਆ। ਕੋਈ ਕਹਿੰਦੇ ਆ ਸਾਨੂੰ ਆਜ਼ਾਦੀ ਹੈ ਨਹੀਂ, ਮੈਂ ਕਹਿੰਦੀ ਜਿੱਦਾਂ ਦੀ ਮੇਰੇ ਦੇਸ਼ ਵਿੱਚ ਆਜ਼ਾਦੀ ਆ ਕਿਸੇ ਦੇਸ਼ ਵਿੱਚ ਹੈ ਨਹੀਂ। ਤੁਸੀਂ ਦੁਬਈ ਵਰਗੇ 'ਚ, ਯੂਰਪਾਂ 'ਚ ਜਾ ਕੇ ਦੇਖ ਲਓ। ਮੈਂ ਦੇਖਿਆ ਆ, ਅਸੀਂ ਤਾਂ ਇੱਥੇ ਅੱਜ ਇਕੱਠੇ ਹੋਏ ਆ ਨਾ, ਕਿੱਦਾਂ ਇਹ ਆਜ਼ਾਦੀ ਆ। ਅੱਜ ਮੈਂ ਬੋਲ ਰਹੀ ਆ, ਇੱਥੇ ਆਜ਼ਾਦੀ ਆ। ਤੁਸੀਂ ਦੁਬਈ ਦੇ ਉੱਥੇ ਜਾ ਕੇ ਬੋਲ ਕੇ ਦੇਖੋ, ਜੇ ਉਹ ਜ਼ੁਬਾਨ ਨਾ ਕੱਟ ਕੇ ਰੱਖ ਦੇਣ, ਉਹ ਆ ਕੈਦ। ਤੇ ਉੱਥੇ ਸਾਡੇ ਪੰਜਾਬੀ ਚੁੱਪ ਕਰਕੇ ਜਾ ਕੇ ਰਹਿੰਦੇ ਆ, ਚੁੱਪ ਕਰਕੇ। ਜੇ ਉਹ ਕਹਿੰਦੇ ਆ, ਮੈਂ ਤੁਹਾਨੂੰ ਸੱਚ ਦੱਸਦੀ ਆ ਕਿਉਂਕਿ ਮੈਂ ਹਕੀਕਤ ਦੇਖ ਕੇ ਆਈ ਆ। ਗੁਰਦੁਆਰਾ ਬਣਿਆ, ਉੱਥੇ ਤੁਸੀਂ 5 ਜਣੇ 6 ਜਣੇ ਇਕੱਠੇ ਹੋ ਗਏ, ਚਰਚ ਵੀ ਵਿੱਚੇ ਹੀ, ਇਹ ਨਹੀਂ ਕਿ ਇਕੱਲਾ ਗੁਰਦੁਆਰਾ। ਮੈਂ ਗੱਲ ਕਰਦਾ, ਚਰਚ ਹੋ ਗਈ, ਗੁਰਦੁਆਰਾ ਹੋ ਗਿਆ, ਮਸਜਿਦ ਹੋ ਗਈ। ਜੇ ਤੁਸੀਂ ਉੱਥੇ 5 ਜਣੇ ਵੀ ਇਕੱਠੇ ਹੋ ਗਏ ਨਾ ਤਾਂ ਉਹਨਾਂ ਨੇ ਕਹਿਣਾ ਭਾਈ ਸਾਹਿਬ ਉਹ ਉੱਥੇ ਇੱਕ ਜਗ੍ਹਾ ਤੁਹਾਡੀ ਬਣਾਤੀ, ਆਪਣਾ ਚੱਕ ਕੇ ਉੱਥੇ ਲੈ ਜਾਓ। ਤੇ ਸਾਡੇ ਉੱਥੇ ਹੱਥ ਜੋੜ ਕੇ ਕਹਿੰਦੇ ਠੀਕ ਆ ਜੀ, ਲੈ ਜਾਂਦੇ ਆ, ਲੈ ਜਾਂਦੇ ਆ ਜੀ। ਕਿਉਂਕਿ ਉਹ ਕਹਿੰਦੇ ਤੁਸੀਂ ਇੱਥੇ 5 ਜਣੇ ਇਕੱਠੇ ਹੁੰਦੇ ਆ, ਕੋਈ ਸਾਡੇ ਦੇਸ਼ ਦੇ ਵਿਰੁੱਧ ਤਾਂ ਨਹੀਂ ਉਹ ਕਰਦੇ, ਕੋਈ ਪਲਾਨ ਤਾਂ ਨਹੀਂ ਬਣਾਉਂਦੇ। 5 ਜਣੇ ਕਿੱਦਾਂ ਇਕੱਠੇ ਹੋਏ ਆ? ਤਾਂ ਉਹ ਆਜ਼ਾਦੀ ਹੈ ਕਿ ਇੱਥੇ ਆਜ਼ਾਦੀ ਆ? ਆਪਣੇ ਇੰਡੀਆ ਆਜ਼ਾਦੀ ਤੁਸੀਂ ਕੀ ਕਹਿਣਾ ਚਾਹੁੰਦੇ? ਹਾਂ ਬਦਰ ਜੀ, ਸਾਰੇ ਭੈਣ ਭਰਾ ਨੂੰ ਜਮਸੀ ਦੀ, ਜਿਵੇਂ ਕਿ ਨਾਰਮਲ ਇੱਕੋ ਸਟੇਟਮੈਂਟ ਆ ਰਿਹਾ ਕਿ ਯੀਸ਼ੂ ਮਸੀਹ ਆਪਣੇ ਆਪ ਨੂੰ ਨਹੀਂ ਬਚਾ ਸਕੇ ਤੇ ਆਪਣੇ ਲੋਕਾਂ ਨੂੰ ਕਿਵੇਂ ਬਚਾਊਗਾ। ਉਹ ਸਾਡੇ ਭਰਾ ਅੰਮ੍ਰਿਤਪਾਲ ਨੇ ਬਹੁਤ ਡਾਇਰੈਕਟਲੀ ਮੈਸੇਜ ਦਿੱਤਾ ਹੈ ਕਿ ਜਿਹੜੇ ਉਹਦੇ ਮਗਰ ਜਾਂਦੇ ਉਹ ਕਿਵੇਂ ਬਚਾਏ ਜਾਣਗੇ। ਤਾਂ ਮੈਂ ਉਸ ਆਪਣੇ ਭਰਾ ਨੂੰ ਇੱਕੋ ਹੀ ਮੈਸੇਜ ਦੇਣਾ ਚਾਹੂੰਗੀ ਕਿ ਭਰਾ, ਬਾਈਬਲ ਦੇ ਵਿੱਚ ਪਹਿਲਾਂ ਹੀ ਪ੍ਰੋਫੈਸੀ ਹੋ ਚੁੱਕੀ ਸੀ, ਪੁਰਾਣੇ ਨਿਯਮ ਦੇ ਵਿੱਚ ਚੱਲਦੀ ਆ ਰਹੀ ਸੀ ਕਿ ਯੀਸ਼ੇ ਦੇ ਕੁੰਡ ਵਿੱਚੋਂ ਇੱਕ ਫੁੱਟੇਗੀ, ਉਹਨੂੰ ਸਲੀਬ ਤੇ ਚੜਾਇਆ ਜਾਏਗਾ, ਉਹ ਤੀਸਰੇ ਦਿਨ ਮੁਰਦਿਆਂ ਚੋਂ ਜੀ ਉਠੇਗਾ। ਔਰ ਪਰ ਜਿਹੜੇ ਉਹਦੇ ਚੇਲੇ ਸੀ ਉਹ ਸਲੀਬ ਤੇ ਨਹੀਂ ਚੜਾਏ ਜਾਣਗੇ ਕਿ ਜਿਹੜਾ ਚਰਵਾਹਾ ਆ ਉਹ ਸਲੀਬ ਤੇ ਚੜਾਇਆ ਜਾਏਗਾ, ਪਰ ਜਿਹੜੀਆਂ ਭੇਡਾਂ ਨੂੰ ਤਿੱਤਰ ਬਿੱਤਰ ਹੋ ਜਾਣਗੀਆਂ। ਮੈਨੂੰ ਇੱਕ ਗੱਲ ਦੱਸੋ, ਅਗਰ ਉਹ ਜਿਹੜੇ ਪ੍ਰਭੂ ਯਿਸੂ ਮਸੀਹ ਦੇ ਚੇਲੇ ਸੀ, ਅਗਰ ਉਸੇ ਟਾਈਮ ਉਹ ਵੀ ਉਹਦੇ ਨਾਲ ਸਲੀਬ ਤੇ ਚੜਾ ਦਿੱਤੇ ਜਾਂਦੇ ਤਾਂ ਜਿਹੜੀ ਕ੍ਰਿਸਚੈਨਿਟੀ ਸੀ ਉਹ ਅੱਗੇ ਨਹੀਂ ਸੀ ਫੈਲੀ, ਜਿਹੜੇ ਯਿਸੂ ਮਸੀਹ ਦਾ ਸੁਸਮਾਚਾਰ ਸੀਗਾ ਉਹ ਅੱਗੇ ਨਹੀਂ ਸੀ ਜਾਣਾ। ਠੀਕ ਹੈ, ਇਹ ਇੱਕ ਸਿਰਫ ਇੱਕ ਉਹਨਾਂ ਨੇ ਆਪਣੀ ਸਾਈਕੋਲੋਜੀ ਬਣਾ ਰੱਖੀ ਆਪਣੇ ਮਾਈਂਡ ਦੇ ਵਿੱਚ ਕਿ ਤੁਸੀਂ ਇੱਦਾਂ। ਮੈਨੂੰ ਹਾਸਾ ਆਉਂਦਾ ਭਰਾ ਉਹਨਾਂ ਦੀਆਂ ਮੀਟਿੰਗਸ ਦੇਖ ਕੇ, ਜਦੋਂ ਆਪਣੇ ਸਟੇਜਾਂ ਤੇ ਚੜ ਕੇ ਜਿਹੜਾ ਮਰਜ਼ੀ ਤੁਸੀਂ ਪ੍ਰਚਾਰਕ ਅੱਜ ਦੇ ਟਾਈਮ 'ਚ ਦੇਖ ਲਓ, ਯੀਸ਼ੂ ਇੱਦਾਂ, ਯੀਸ਼ੂ ਇੱਦਾਂ, ਉਹਦੇ ਚੇਲੇ ਇੱਦਾਂ, ਮੈਨੂੰ ਹਾਸਾ ਆਉਂਦਾ। ਮੈਂ ਇਹਨਾਂ ਨੂੰ ਕਹਿੰਦੀ ਕਿ ਭਰਾ ਤੁਸੀਂ ਅਗਰ ਯੀਸ਼ੂ ਕਰਨੀ ਤਾਂ ਸਾਡੇ ਕੋਲ ਆ ਜਾਓ। ਤੁਸੀਂ ਯੀਸ਼ੂ ਕਰਨੀ ਆ ਤੇ ਸਾਡੇ ਕੋਲ ਇੱਥੇ ਖੜ ਕੇ, ਸਾਡੇ ਨਾਲ ਖੜ ਕੇ ਯੀਸ਼ੂ ਕਰੋ। ਤੁਸੀਂ ਆਪਣੇ ਗੁਰੂ ਨੂੰ ਤਾਂ ਦੇਖੋ, ਤੁਸੀਂ ਆਪਣੇ ਗੁਰੂ ਦਾ ਪ੍ਰਚਾਰ ਕਰੋ। ਤੁਸੀਂ ਆਪਣੇ ਗੁਰੂ ਦਾ ਪ੍ਰਚਾਰ ਕਰਨ ਲਈ ਖੜੇ ਹੋ ਨਾ, ਤੁਸੀਂ ਇਹ ਕਹਿ ਰਹੇ ਹੋ ਕਿ ਅਸੀਂ ਆਪਣਾ ਧਰਮ ਸਾਂਭਣਾ। ਤੁਸੀਂ ਆਪਣੇ ਧਰਮ ਬਾਰੇ ਤਾਂ ਕਿਸੇ ਨੂੰ ਕੁਝ ਦੱਸ ਹੀ ਨਹੀਂ ਰਹੇ ਕਿ ਤੁਹਾਡੇ ਗੁਰੂ ਸਾਹਿਬਾਂ ਨੇ ਕੀ ਕੀਤਾ, ਤੁਹਾਡੇ ਗੁਰੂ ਨੇ ਕੀ ਕੁਰਬਾਨੀ ਦਿੱਤੀ, ਤੁਹਾਡੇ ਕਿਸੇ ਨੇ ਕੀ ਕੀਤਾ। ਤੁਸੀਂ ਉਹਦੇ ਬਾਰੇ ਤਾਂ ਬੋਲ ਹੀ ਰਹੇ, ਤੁਸੀਂ ਸਿਰਫ ਯੀਸ਼ੂ ਬਾਰੇ ਹੀ ਬੋਲ ਰਹੇ ਹੋ। ਯੀਸ਼ੂ ਇੱਦਾਂ, ਯੀਸ਼ੂ ਇੱਦਾਂ, ਯੀਸ਼ੂ ਦੇ ਚੇਲੇ ਇੱਦਾਂ। ਹੁਣ ਇਹ ਐਲੀਗੇਸ਼ਨ ਲਗਾਉਂਦੀ ਹੈ ਕਿ ਪੈਸਾ ਦਿੱਤਾ ਜਾਂਦਾ। ਭਾਜੀ ਤੁਸੀਂ ਦੇਖੋ, ਕ੍ਰਿਸਚੈਨਿਟੀ ਦੇ ਵਿੱਚ ਪੰਜਾਬੀ, ਅਗਰ ਤੁਸੀਂ ਕਿਤੇ ਖੰਬੜਾ ਚਰਚ ਆ ਕੇ ਦੇਖੋ, ਪੰਜਾਬ ਪੁਲਿਸ ਦੇ 1.5 2 ਲੱਖ ਰੁਪਏ ਸੈਲਰੀ ਲੈਣ ਵਾਲੇ ਲੋਕੀ, ਸੁਪਰੀਮ ਕੋਰਟ ਦੇ ਜੱਜਸ, ਸੁਪਰੀਮ ਕੋਰਟ ਦੀ ਹਾਈ ਲੈਵਲ ਦੀ ਅਥਾਰਟੀਜ਼ ਜੋ ਕ੍ਰਿਸਚੈਨਿਟੀ ਦੇ ਵਿੱਚ ਹੈ, ਕੀ ਉਹਨਾਂ ਨੂੰ ਪੈਸੇ ਦੀ ਲੋੜ ਹੈ? ਇਹ ਲੋਕ ਕਹਿੰਦੇ ਆ ਕਿ ਗਰੀਬ ਲੋਕਾਂ ਨੂੰ ਪੈਸਾ ਦੇ ਕੇ ਉਹਨਾਂ ਨੂੰ ਫਸਲਾਇਆ ਜਾਂਦਾ, ਉਹਨਾਂ ਦਾ ਜਿਹੜਾ ਮਾਈਂਡ ਉਹ ਕਰਪਟ ਕੀਤਾ ਜਾਂਦਾ, ਉਹਨਾਂ ਦਾ ਮਾਈਂਡ ਕਲੀਅਰ ਕੀਤਾ ਜਾਂਦਾ ਔਰ ਇਹਨਾਂ ਨੂੰ ਕ੍ਰਿਸਚੈਨਿਟੀ 'ਚ ਲਿਆਂਦਾ ਜਾਂਦਾ। ਭਾਜੀ ਇੱਦਾਂ ਦਾ ਕੁਝ ਨਹੀਂ ਹੈ। ਜਿਹੜਾ ਬੰਦਾ ਅੱਜ ਅਮਰੀਕਾ 'ਚ ਬੈਠਾ, ਕੈਨੇਡਾ ਦੇ ਵਿੱਚ ਬੈਠਾ, ਜਿਹਦੀ ਉੱਥੇ 100 ਕਰੋੜ ਦੀ ਪ੍ਰਾਪਰਟੀ ਹੈ, ਕੀ ਉਹਨੂੰ 2 ਲੱਖ ਰੁਪਏ ਦੀ ਲੋੜ ਹੈ? ਕਿ ਉਹ ਗਰੀਬ ਹੈ? ਇੱਕ ਆਈਕਨ ਹੈ ਭਾਜੀ। ਰਾਇਲ ਪਰਸਨਸ ਨੇ ਜਿਹੜੇ ਕ੍ਰਿਸਚੈਨਿਟੀ ਦੇ ਵਿੱਚ ਜਿਹਨੇ ਯੀਸ਼ੂ ਮਸੀਹ ਨੂੰ ਐਕਸੈਪਟ ਕੀਤਾ ਹੋਇਆ ਵਾ। ਠੀਕ ਹੈ, ਯੀਸ਼ੂ ਮਸੀਹ ਨੇ ਸਿਰਫ ਸਾਡਾ ਧਰਮ ਬਦਲਿਆ। ਤੁਸੀਂ ਇੱਥੇ ਦੇਖੋ, ਜਿੰਨੇ ਵੀ ਇੱਥੇ ਪਰਸਨਸ ਖੜੇ ਆ ਨਾ, ਤੁਹਾਨੂੰ ਸਭ ਦੀ ਲਾਈਫ ਦੇ ਵਿੱਚ ਗਵਾਹੀਆਂ ਮਿਲਣਗੀਆਂ। ਕੋਈ ਬਿਮਾਰੀ 'ਚ ਸੀ, ਕੋਈ ਪਾਪ ਦੇ ਵਿੱਚ ਸੀ। ਤੁਸੀਂ ਕਦੋਂ ਤੋਂ ਆਏ ਹੋ? ਭਾਜੀ ਮੈਂ 9 ਸਤੰਬਰ 2018 ਨੂੰ ਪਹਿਲੀ ਵਾਰ ਚਰਚ ਆਈ ਸੀਗੀ। ਜਦੋਂ ਮੈਂ ਪਹਿਲੀ ਵਾਰ ਚਰਚ ਆਈ ਸੀ ਤੇ ਮੇਰੀ ਜਿਹੜੀ ਸੱਜੀ ਲੱਤ ਨਾ ਇਹ ਟੋਟਲ ਖੜੀ ਸੀ। ਮੈਂ 22
ਅਪ੍ਰੈਲ 2018 ਨੂੰ ਪੂਰੀ ਬੈੱਡ ਤੇ ਚਲੇ ਗਈ ਸੀਗੀ ਔਰ ਮੈਂ ਮਤਲਬ ਲੁਧਿਆਣੇ ਤੋਂ ਆ ਤੇ ਮੈਂ ਜਦੋਂ ਆਪਣੇ ਲੁਧਿਆਣੇ ਪੂਰੇ ਆਪਣਾ ਟ੍ਰੀਟਮੈਂਟ ਕਰਵਾਇਆ, ਆਪਣੀਆਂ ਫਿਜ਼ੀਓਥੈਰੇਪੀ ਵੀ ਕਰਵਾਈਆਂ, ਸਭ ਕੁਝ ਕਰਵਾਇਆ। ਇੱਥੋਂ ਤੱਕ ਕਿ ਮੈਂ ਇੱਕ ਡਾਕਟਰ ਕੋਲ ਗਈ, ਉਹਨੇ 2 ਦਿਨ ਦਾ ਮੇਰੇ ਕੋਲ ਟ੍ਰੀਟਮੈਂਟ ਦਾ 3200 ਰੁਪਏ ਲਿਆ। ਬਟ ਐਟਲੀਸਟ ਤੇ ਇੰਦਾ ਤਾਂ ਟਾਈਮ ਹੈ ਕਿ ਮੈਂ ਦਵਾਈ ਖਾਣੀ ਛੱਡਤੀ। ਮੈਂ ਕਿਹਾ ਮੈਂ ਠੀਕ ਨਹੀਂ ਹੋਣਾ, ਮੈਂ ਦਵਾਈ ਛੱਡ ਰਹੀ ਹਾਂ। ਮੈਨੂੰ ਡਾਕਟਰ ਨੇ ਕਿਹਾ ਕਿ ਤੁਹਾਡੇ ਮਤਲਬ ਬੈੱਡ ਰੈਗੂਲਰ ਲੱਗੀ ਰਹੇਗੀ, ਤੁਸੀਂ ਇਹਨੂੰ ਲਾ ਕੇ ਰੱਖਣਾ। ਐਦਾਂ ਹੀ ਮੈਨੂੰ ਪ੍ਰਭੂ ਬਾਰੇ ਪਤਾ ਲੱਗਿਆ ਤੇ ਮੈਂ ਕਿਹਾ ਚਲੋ ਮੈਂ ਜਾ ਕਿਉਂ ਨਹੀਂ, ਕਿਉਂਕਿ ਮੈਂ ਮਸੀਹ 'ਚ ਨਹੀਂ ਸੀਗੀ, ਮੈਂ ਮਸੀਹ ਨੂੰ ਨਹੀਂ ਸੀ ਮੰਨਦੀ, ਮੈਂ ਐਕਸੈਪਟ ਨਹੀਂ ਸੀ ਕਰਦੀ, ਮੈਂ ਪੂਰੀ ਵਿਰੋਧੀ ਸੀ, ਮੈਂ ਪੂਰਾ ਵਿਰੋਧ ਕਰਦੀ ਸੀ ਕਿ ਨਹੀਂ ਜੀ ਇਹ ਇੱਦਾਂ ਕਰਦੇ ਆ ਜੀ, ਇੱਦਾਂ ਕਰਦੇ ਆ ਜੀ, ਇੱਦਾਂ ਕਰਦੇ ਨਹੀਂ ਜੀ ਮੈਂ ਨਹੀਂ ਜਾਣਾ, ਹੈ ਨਾ। ਤੇ ਮੈਂ ਉਸ ਚੀਜ਼ ਨੂੰ ਡਿਨਾਈ ਕਰਦੀ ਸੀਗੀ। ਬਟ ਜਦੋਂ ਮੈਂ ਪਹਿਲੀ ਵਾਰ ਖਾਬੜਾ ਚਰਚ ਆਈ, ਮੈਂ ਦੇਖਿਆ ਤੇ ਠੀਕ ਹੈ ਮੈਨੂੰ ਕੁਝ ਸਮਝ ਨਹੀਂ ਲੱਗਿਆ। ਮੈਂ ਨਹੀਂ ਕਹਿੰਦੀ ਕਿ ਮੈਨੂੰ ਪਹਿਲੇ ਦਿਨ ਆਉਂਦੇ ਸਭ ਕੁਝ ਸਮਝ ਲੱਗ ਗਿਆ ਸੀ, ਬਟ ਇੰਨਾ ਸੀ ਕਿ ਜਦੋਂ ਮੈਂ ਉੱਥੋਂ ਵਾਪਸ ਆਈ ਨਾ ਤੇ ਮੇਰੇ ਅੰਦਰ ਇੱਕ ਪੀਸ ਸੀ, ਕਿੰਨਾ ਕੁ ਸਕੂਨ ਸੀਗਾ ਨਾ। ਮੈਨੂੰ ਲੱਗਿਆ ਕਿ ਨਹੀਂ ਉਹ ਜਿਹੜਾ ਅੰਦਰ ਮੇਰੇ ਬੋਝ ਸੀਗਾ, ਜਿਹੜੀ ਮੇਰੇ ਅੰਦਰ ਇੱਕ ਫਰਸਟ੍ਰੇਸ਼ਨ ਸੀਗੀ ਨਾ ਬਿਮਾਰੀ ਨੂੰ ਲੈ ਕੇ, ਉਹ ਆਨੰਦ ਸੀ। ਔਰ 13 ਅਪ੍ਰੈਲ ਐਸਾ ਦਿਨ ਆਇਆ ਜਦੋਂ ਮੈਂ ਆਪਣੇ ਘਰ ਬੈਠੀ ਮੀਟਿੰਗ ਦੇਖ ਰਹੀ ਸੀ ਤੇ ਮਤਲਬ ਮੈਨੂੰ ਪ੍ਰਭੂ ਨੇ ਛੂਇਆ, ਉਹਨੇ ਮੈਨੂੰ ਚੰਗਾ ਕੀਤਾ ਤੇ ਉਸ ਦਿਨ ਤੋਂ ਮੈਂ ਬਿਲਕੁਲ ਠੀਕ ਹਾਂ। ਸਿਰਫ ਮੇਰੇ ਡਿਸਕ ਦੀ ਨਹੀਂ, ਮੈਨੂੰ ਮਾਈਗ੍ਰੇਨ ਦੀ ਪ੍ਰੋਬਲਮ ਮੈਨੂੰ ਸੀਗੀ ਬ੍ਰਦਰ ਜੀ, ਤੇ ਬਵਾਸੀਰ ਦੀ ਪ੍ਰੋਬਲਮ ਮੈਨੂੰ ਸੀਗੀ। ਹਰ 6 ਮਹੀਨੇ ਬਾਅਦ ਟਾਈਫਾਇਡ ਮੈਨੂੰ ਹੁੰਦਾ ਸੀਗਾ। ਮਤਲਬ ਮੈਨੂੰ ਇੰਨੀਆਂ ਜ਼ਿਆਦਾ ਬਿਮਾਰੀਆਂ ਸੀਗੀਆਂ ਨਾ ਕਿ ਮੈਂ ਧੰਨਵਾਦ ਕਰਦੀ ਹਾਂ ਮੇਰੇ ਖੁਦਾ ਦਾ ਕਿ ਉਹਨੇ ਮੈਨੂੰ ਇੱਕ ਬਿਮਾਰੀ ਤੋਂ ਚੰਗਾ ਕੀਤਾ। ਉਸਨੇ ਸਾਡੀ ਸੋਚ ਨੂੰ ਬਦਲਿਆ। ਸਾਡੀ ਸੋਚ, ਮੇਰੀ ਸੋਚ ਇਦਾਂ ਦੀ ਸੀਗੀ ਕਿ ਬ੍ਰਦਰ ਜੀ ਮੈਨੂੰ ਕੋਈ ਇੱਕ ਗੱਲ ਕਹਿੰਦਾ ਸੀ ਨਾ, ਮੈਂ ਉਹਨੂੰ 10 ਗੱਲਾਂ ਮੂਹਰੇ ਸੁਣਾਉਂਦੀ ਸੀ, ਮੈਂ ਲੜ ਪੈਂਦੀ ਹੁੰਦੀ ਸੀ ਸਭ ਦੇ ਨਾਲ। ਧੰਨਵਾਦ ਕਰਦੇ ਹਾਂ ਉਸ ਪਰਮੇਸ਼ਰ ਦਾ ਕਿ ਉਹਨੇ ਸਾਡੀ ਜ਼ਿੰਦਗੀ ਬਦਲਿਆ, ਸਾਡਾ ਮਨ ਬਦਲਿਆ, ਸਾਡੀਆਂ ਸੋਚਾਂ ਨੂੰ ਬਦਲਿਆ ਉਸਨੇ। ਤੁਸੀਂ ਵੀ ਕੁਝ ਕਹਿਣਾ ਚਾਹੋਗੇ ਇਸ ਮਸਲੇ 'ਤੇ? ਹਾਲੇਲੂਇਆ, ਸਭ ਨੂੰ ਜੈ ਮਸੀਹ ਦੀ। ਮੈਂ ਨਾ ਆਪਣੀ ਛੋਟੀ ਜਿਹੀ ਗਵਾਹੀ ਸ਼ੇਅਰ ਕਰਨਾ ਚਾਹੁੰਦੀ। ਮੈਂ 5 ਸਾਲ ਪਹਿਲਾਂ ਮੈਂ ਨਸ਼ੇ ਕਰਦੀ ਸੀ ਮੈਂ ਆਪਣਾ ਪਹਿਰਾਵਾ ਮਤਲਬ ਕਿ ਗੈਂਗਸਟਰ ਤਰ੍ਹਾਂ, ਮਤਲਬ ਗੁੰਡਾਗਰਦੀ ਵਾਲਾ ਪਹਿਰਾਵਾ ਸੀਗਾ ਮੇਰਾ। ਮੈਂ ਇਕੱਲੀ ਹੁੰਦੀ ਸੀ, ਮੇਰੇ ਨਾਲ 5-6 ਲੋਕ ਹੁੰਦੇ ਸੀਗੇ ਕਿ ਮੈਂ ਗੈਂਗਸਟਰ ਦੀ ਤਰ੍ਹਾਂ ਆਪਣੀ ਜ਼ਿੰਦਗੀ ਬਤੀਤ ਕੀਤੀ, ਨਰਕ ਭਰੀ ਜ਼ਿੰਦਗੀ। ਮੈਂ ਛੋਟ ਡਰੈਸਾਂ ਪਾਉਂਦੀ ਸੀ। ਜੇ ਪ੍ਰਭੂ ਨੇ ਮੈਨੂੰ ਲਿਵਾਸ ਦੇ ਦਿੱਤਾ, ਚੁੰਨੀ ਦਾ ਲਿਵਾਸ, ਇੱਜ਼ਤ ਸਿਖਾ ਦਿੱਤੀ, ਇਹ 'ਚ ਕੋਈ ਗੁਨਾਹ ਨਹੀਂ ਹੋਇਆ। ਤੇ ਫਿਰ ਮੈਂ 2018 ਦੇ ਵਿੱਚ 20 ਫਰਵਰੀ ਨੂੰ ਮੈਂ ਚਰਚ ਵਿੱਚ ਆਈ। ਪਰਮੇਸ਼ਰ ਨੇ ਮੈਨੂੰ, ਦਾਸ ਨੇ ਨਹੀਂ ਚੰਗਾ, ਦਾਸ ਦੀ ਕਮਾਂਡ ਨੇ ਚੰਗਾ ਕੀਤਾ ਕਿ ਦਾਸ ਸਾਨੂੰ ਹੁਕਮ ਦਿੰਦੇ ਆ ਕਿ ਸਾਨੂੰ ਚਰਚ ਦੇ ਪੁਲਪਟ ਤੋਂ ਹੁਕਮ ਦਿੰਦੇ ਆ ਅਸੀਂ ਮੈਂ ਨਸ਼ੇ ਦੀਆਂ ਸਪਿਰਿਟਾਂ ਛੱਡ ਕੇ ਜਾਣ। ਉਹਨੂੰ ਮੈਂ ਗ੍ਰਹਿਣ ਕੀਤਾ। ਮੈਂ ਆਇਲ ਪੀਤਾ, ਜਿਹੜਾ ਅਭਿਸ਼ੇਕਤ ਆਇਲ ਹੁੰਦਾ ਪ੍ਰਭੂ ਦਾ, ਉਹ ਪੀਤਾ। ਉਸ ਤੋਂ ਬਾਅਦ ਮੈਂ ਨਸ਼ੇ ਦੀ ਸਪਿਰਿਟ ਤੋਂ, ਮੈਂ ਪੱਥਰੀਆਂ ਦੀ ਸਪਿਰਿਟ ਤੋਂ, ਹਰੇਕ ਬਿਮਾਰੀ ਤੋਂ ਮੈਂ ਸ਼ਿਫਾ ਪਾਈ ਆ। ਪਰ ਨਸ਼ਾ ਕਰਦੇ? ਮੈਂ ਡਰਿੰਕ ਕਰਦੀ ਸੀ, ਬੀਅਰ ਪੀਂਦੀ ਸੀ, ਫੀਮ ਖਾਂਦੀ ਸੀ। ਪਰਮੇਸ਼ਰ ਨੇ ਮੈਨੂੰ ਆਜ਼ਾਦੀ ਦਿੱਤੀ। ਮੈਡੀਕਲ ਨਸ਼ਾ ਕਰਦੀ ਸੀ। ਠੀਕ ਹੈ, ਸਾਰਾ ਛੱਡਤਾ? ਹਾਂਜੀ, ਉਸੇ ਮੰਥ 'ਚ ਹੀ ਛੱਡਤਾ। ਹਾਂਜੀ। ਤੇ ਅੱਜ ਮੈਨੂੰ ਪ੍ਰਭੂ ਨੇ ਏਡੇ ਉੱਚੇ ਅਹੁਦੇ ਤੇ, ਦਾਸੀ ਦੇ ਅਹੁਦੇ ਤੇ ਖੜਾ ਕੀਤਾ। ਸਾਨੂੰ ਕਿਸੇ ਨੇ ਪੈਸੇ ਨਹੀਂ ਦਿੱਤੇ, ਪ੍ਰਭੂ ਯਿਸੂ ਨੇ ਸਾਨੂੰ ਪੈਸੇ ਦਿੱਤੇ। ਪਰਮੇਸ਼ਰ ਨੇ ਮੈਨੂੰ ਹਰੇਕ ਚੀਜ਼ ਤੋਂ, ਡਿਪਰੈਸ਼ਨ ਤੋਂ, ਮਾਈਗ੍ਰੇਨ ਸੀਗਾ, ਰੀੜ੍ਹ ਦੀ ਹੱਡੀ 'ਚ ਪ੍ਰੋਬਲਮ ਸੀਗੀ, ਪੱਥਰੀਆਂ ਸੀ, ਰਸੋਲੀਆਂ ਸੀ, ਸਾਰੀਆਂ ਚੀਜ਼ਾਂ ਤੋਂ ਮੈਂ ਆਜ਼ਾਦ ਹੋਈ।